ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਅੱਜ ਅਸੀਂ ਖੜੇ ਹਾਂ ਡੇਰਾਬੱਸੀ ਹਿਮਜ਼ ਸੈਂਟਰ, ਜਿੱਥੇ ਡਾਕਟਰ ਅਮਰ ਸਿੰਘ ਆਜ਼ਾਦ, ਡਾਕਟਰ ਅਵਧੇਸ਼ ਪਾਂਡੇ, ਆਚਾਰਿਆ ਮਨੀਸ਼, ਡਾਕਟਰ ਵਿਸ਼ਵਰੂਪ ਰਾਏ ਚੌਧਰੀ ਵਰਗੇ ਵੱਡੇ ਵੱਡੇ ਦਿੱਗਜ ਡਾਕਟਰ ਇੱਥੇ ਆ ਕੇ ਇਲਾਜ ਕਰਦੇ ਨੇ ਪੇਸ਼ੈਂਟਸ ਦਾ। ਜਿਸ ਰੂਮ ਦੇ ਵਿੱਚ ਅਸੀਂ ਖੜੇ ਹਾਂ ਉਹ ਰੂਮ ਇੱਕ ਲੈਂਡਮਾਰਕ ਸਾਬਤ ਹੋ ਰਿਹਾ, ਜਿੱਥੇ ਤੁਸੀਂ ਦੇਖ ਸਕਦੇ ਹੋ। मैं अपने कैमरामैन ਨੂੰ ਬੇਨਤੀ ਕਰਾਂਗਾ ਕਿ ਉਹ ਟੱਬ ਦਿਖਾਉਣ। ਇੱਥੇ ਜਿਹੜੇ ਟੱਬ ਇੱਥੇ ਜਿਹੜੇ ਤੁਹਾਨੂੰ ਨਜ਼ਰ ਆ ਰਹੇ ਨੇ, ਇਹ ਉਹ ਟੱਬ ਨੇ ਜਿਨ੍ਹਾਂ ਨੇ ਡਾਇਲਿਸਿਸ ਦਾ ਇੱਕ ਵੱਡੀ ਕ੍ਰਾਂਤੀ ਲਿਆਂਦੀ ਹੈ। ਡਾਇਲਿਸਿਸ ਇਹ ਟੱਬ ਦੇ ਵਿੱਚ ਬਿਠਾ ਕੇ ਡਾਇਲਿਸਿਸ ਕੀਤਾ ਜਾਂਦਾ ਹੈ ਤੇ ਨੈਚੁਰਲ ਡਾਇਲਿਸਿਸ ਹੈ। ਜਦੋਂ ਇਹ ਨੈਚੁਰਲ ਡਾਇਲਿਸਿਸ ਹੋਣ ਲੱਗ ਜਾਂਦਾ ਹੈ ਤਾਂ ਉਸ ਤੋਂ ਬਾਅਦ ਪੇਸ਼ੈਂਟ ਜਿਹੜਾ ਉਹ ਆਪਣੇ ਆਪ ਠੀਕ ਹੋਣ ਲੱਗ ਜਾਂਦਾ। ਕੋਈ ਖੂਨ ਨਹੀਂ ਬਾਹਰ ਕੱਢਿਆ ਜਾਂਦਾ, ਮਸ਼ੀਨ ਦੇ ਵਿੱਚੋਂ ਦੀ ਕੱਢ ਕੇ ਦੁਬਾਰਾ ਨਹੀਂ ਸਾਫ਼ ਕਰਕੇ ਲਿਆਂਦਾ ਜਾਂਦਾ। ਕੋਈ ਬੰਦੇ ਨੂੰ ਉਹਨੂੰ ਕੋਈ ਦਵਾਈ ਦੀ ਇੰਜੈਕਸ਼ਨ ਨਹੀਂ ਲਗਾਏ ਜਾਂਦੇ, ਕੋਈ ਇਸ ਤਰ੍ਹਾਂ ਦਾ ਕੰਮ ਨਹੀਂ ਕੀਤਾ ਜਾਂਦਾ ਜਿਹੜਾ ਕਿ ਜਿਹੜਾ ਦੂਸਰਾ ਆਰਟੀਫਿਸ਼ਲ ਡਾਇਲਿਸਿਸ ਮਸ਼ੀਨ ਦੇ ਉੱਤੇ ਜਿਹੜਾ ਇਹ ਸਾਰਾ ਕੰਮ ਕੀਤਾ ਜਾਂਦਾ। ਸਾਡੇ ਨਾਲ ਇੱਕ ਪੇਸ਼ੈਂਟ ਨੇ ਜਿਨ੍ਹਾਂ ਦਾ ਇਸ ਵੇਲੇ ਨੈਚੁਰਲ ਡਾਇਲਿਸਿਸ ਚੱਲ ਰਿਹਾ। ਹਾਲੇ ਤੱਕ ਆਪਾਂ ਗੱਲ ਕੀਤੀ ਸੀ ਡਾਕਟਰ ਅਵਧੇਸ਼ ਪਾਂਡੇ ਨਾਲ ਕਿ ਨੈਚੁਰਲ ਡਾਇਲਿਸਿਸ ਕਿਸ ਤਰ੍ਹਾਂ ਹੁੰਦਾ, ਉਹਦੇ ਪਿੱਛੇ ਦੀ ਸਾਇੰਸ ਕੀ ਹੈ। ਲੇਕਿਨ ਅੱਜ ਆਪਾਂ ਤੁਹਾਨੂੰ ਲਾਈਵ ਦਿਖਾਵਾਂਗੇ ਕਿ ਨੈਚੁਰਲ ਡਾਇਲਿਸਿਸ ਹੋ ਕਿਸ ਤਰ੍ਹਾਂ ਰਿਹਾ। ਬਹੁਤ ਸਾਰੇ ਕਿਡਨੀ ਪੇਸ਼ੈਂਟਸ ਜਿਹੜੇ ਨੇ ਉਹ ਡਾਇਲਿਸਿਸ ਕਰਵਾ ਕੇ ਕਿਡਨੀ ਜਿਹੜੀ ਉਹ ਟ੍ਰਾਂਸਪਲਾਂਟ ਕਰਨ ਤੱਕ ਚਲਾ ਜਾਂਦਾ, ਕਿਉਂਕਿ ਉਸ ਤੋਂ ਉਹ ਕਿਤੇ ਰਿਵਰਸ ਨਹੀਂ ਹੋ ਪਾਉਂਦਾ। ਲੇਕਿਨ ਇਹ ਉਹ ਮੈਥਡ ਹੈ, ਇਹ ਉਹ ਤਰੀਕਾ ਹੈ ਜਿੱਥੇ ਕਿਡਨੀ ਜਿਹੜੀ ਆ ਉਹ ਰਿਵਰਸ ਹੋਏਗੀ, ਕਿਡਨੀ ਜਿਹੜੀ ਉਹ ਠੀਕ ਹੋਏਗੀ। ਇੱਥੇ ਤੁਹਾਡੀ ਕਿਡਨੀ ਜਿਹੜੀ ਟ੍ਰਾਂਸਪਲਾਂਟ ਹੋਣ ਤੱਕ ਨਹੀਂ ਜਾਏਗੀ। ਮੇਰੇ ਨਾਲ ਇੱਕ ਪੇਸ਼ੈਂਟ ਨੇ, ਆਪਾਂ ਉਹਨਾਂ ਦਾ ਪ੍ਰੋਫਾਈਲ ਜਾਣਦੇ ਹਾਂ। ਉਸ ਤੋਂ ਬਾਅਦ ਮੇਰੇ ਨਾਲ ਡਾਕਟਰ ਅਵਧੇਸ਼ ਪਾਂਡੇ ਹੋਣਗੇ ਜਿਨ੍ਹਾਂ ਤੋਂ ਆਪਾਂ ਜਾਣਾਂਗੇ ਕਿ ਇਹ ਸਾਇੰਸ ਕੀ ਹੈ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ ਤੁਹਾਡਾ? ਅਮਰਜੀਤ ਸਿੰਘ ਜੀ। ਅਮਰਜੀਤ ਸਿੰਘ ਜੀ, ਤੁਸੀਂ ਥੋੜ੍ਹਾ ਜਿਹਾ ਆਪਣੇ ਬਾਰੇ ਜਾਣਕਾਰੀ ਦਿਓਗੇ ਵੀ ਕਿੱਥੋਂ ਦੇ ਰਹਿਣ ਵਾਲੇ ਹੋ, ਕਿੰਨਾ ਪੜ੍ਹੇ ਹੋ, ਕੀ ਕੰਮ ਕਰਦੇ ਹੋ, ਕਿੰਨੀ ਤੁਹਾਡੀ ਉਮਰ ਹੈ ਤੇ ਕਿਸ ਪੋਜੀਸ਼ਨ 'ਚ ਕਿਵੇਂ ਪਹੁੰਚ ਗਏ ਤੁਸੀਂ? ਮੇਰੀ ਉਮਰ 58 ਸਾਲ ਹੈ ਜੀ। ਹਾਂਜੀ। ਮੈਂ ਕਰਿਆਨੇ ਦੀ ਦੁਕਾਨ ਕਰਦਾ। ਕਿੱਥੋਂ ਦੇ ਰਹਿਣ ਵਾਲੇ ਹੋ? ਲੁਧਿਆਣੇ ਦੇ ਰਹਿਣ ਵਾਲੇ ਹਾਂ ਜੀ। ਸ਼ਹਿਰ ਦੇ ਵਿੱਚ ਮਹੱਲੇ ਦੀ ਦੁਕਾਨ ਹੈ ਤੇ ਮੇਰੀ 2008 ਤੋਂ ਕਿਡਨੀ ਦਾ ਮਤਲਬ ਡਾਇਨਸ ਹੋਇਆ ਸੀ। ਉਸ ਤੋਂ ਬਾਅਦ ਕਰਦੇ 2021 ਦੇ ਅਗਸਤ ਦੇ ਵਿੱਚ 18.3 ਕ੍ਰੈਟਨਾਈਨ ਹੋ ਗਿਆ ਸੀ। ਨਹੀਂ, ਪਰ ਇਹ ਮਾਫ ਕਰਨਾ, ਤੁਹਾਨੂੰ ਰੋਕ ਰਿਹਾ। ਕਿਡਨੀ ਜਿਹੜੀ ਆ ਉਹ ਜਦੋਂ ਵੀ ਕੋਈ ਪ੍ਰੋਬਲਮ ਆਉਂਦੀ ਹੈ, ਕਿਡਨੀ ਸਿੱਧੀ ਨਹੀਂ ਖਰਾਬ ਹੋ ਜਾਂਦੀ। ਕਿਡਨੀ ਖਰਾਬ ਹੋਣ ਤੋਂ ਪਹਿਲਾਂ ਬਹੁਤ ਸਾਰੇ ਤੁਹਾਨੂੰ ਆਵਾਜ਼ਾਂ ਮਾਰਦੀ ਹੈ, ਬਚਾ ਲਓ ਮੈਨੂੰ, ਬਚਾ ਲਓ, ਜਾਂ ਹਲੇ ਵੀ ਬਚੋ, ਮੈਨੂੰ ਆਹ ਹੋ ਗਿਆ, ਹਲੇ ਵੀ ਬਚੋ, ਯੂਰਿਕ ਐਸਿਡ ਵੱਧ ਗਿਆ, ਹਲੇ ਵੀ ਬਚੋ, ਸੀਰਮ ਕ੍ਰੈਟਿਨਾਈਨ ਥੋੜ੍ਹਾ ਜਿਹਾ ਵੱਧ ਗਿਆ, ਹਲੇ ਵੀ ਬਚੋ। ਕੁਛ ਨਾ ਕੁਛ ਇੰਡੀਕੇਸ਼ਨ ਤੁਹਾਨੂੰ ਦਿੰਦੀ ਰਹਿੰਦੀ ਹੈ। ਉਹ ਤੁਹਾਨੂੰ ਇੰਡੀਕੇਸ਼ਨ ਨਹੀਂ ਦਿੱਤੇ ਉਹਨਾਂ ਨੇ? ਨਹੀਂ, 2008 ਤੋਂ ਬਾਅਦ ਮੇਰੇ ਯੂਰਿਕ ਐਸਿਡ ਵੱਧਦਾ ਸੀ, ਪਰ ਉਹ ਡਾਕਟਰ ਵਗੈਰਾ ਕੋਲ ਗਏ, ਉਹਨੇ ਯੂਰੋਲਿਕ ਔਰ ਫੈਬੋਡਾਸ ਦਵਾਈ ਲਾਤੀ। ਕਦੇ ਘਟ ਜਾਂਦੀ ਸੀ, ਕਦੇ ਵੱਧ ਜਾਂਦੀ ਸੀ। ਖਾਣ ਪੀਣ ਦਾ ਥੋੜਾ ਪਰਹੇਜ਼ ਦੱਸਤਾ ਕਿ ਦਾਲਾਂ ਨਹੀਂ ਖਾਣੀਆਂ, ਨੌਨ ਵੈਜ ਰੈਡ ਨਹੀਂ ਖਾਣਾ, ਬਾਕੀ ਸਭ ਕੁਝ ਖਾਈ ਪਿਓ। ਨਹੀਂ, ਪਰ ਤੁਹਾਨੂੰ ਇਹਨਾਂ ਨੇ ਇਹ ਨਹੀਂ ਦੱਸਿਆ ਕਿ ਕਿਡਨੀ ਖਰਾਬ ਹੋ ਜਾਏਗੀ ਭਾਈ ਸਾਹਿਬ, ਇਹ ਤਾਂ ਤੁਹਾਡੀ ਇੰਡੀਕੇਸ਼ਨ ਹੈ? ਨਹੀਂ, ਇਹੋ ਜਿਹੀ ਕਿਸੇ ਡਾਕਟਰ ਨੇ ਮੈਨੂੰ ਇੰਡੀਕੇਸ਼ਨ ਨਹੀਂ ਦਿੱਤੀ। ਤੇ 2008 ਚ ਜਦ ਮੈਂ ਚੈੱਕ ਕਰਾਇਆ ਸਾਰਾ ਪੂਰਾ ਬੋਡੀ ਚੈੱਕਅਪ, ਉਹਦੇ ਵਿੱਚ ਇਹ ਕ੍ਰੈਟਨਾਈਨ ਵਧਿਆ ਆਇਆ। ਤੇ ਮੈਨੂੰ ਲੁਧਿਆਣੇ ਇੱਕ ਡਾਕਟਰ ਹੈਗੇ ਨੇ, ਡਾਕਟਰ CMC ਦੇ ਹੈਗੇ ਨੇ, ਉਹਨਾਂ ਦੇ ਨਾਲ ਮੇਰੀ ਬੇਟੀ ਪੜ੍ਹਦੀ ਸੀ ਤੇ ਉਹਨਾਂ ਨੇ ਦੱਸਿਆ ਬੇਟਾ ਤੁਹਾਡੇ ਗੁਰਦੇ 'ਚ ਨੁਕਸ ਪੈ ਗਿਆ। ਨਹੀਂ, ਪਰ ਤੁਸੀਂ ਪਹਿਲਾਂ ਕੁਛ ਨਾ ਕੁਛ ਤਾਂ ਇਹੋ ਜਿਹਾ ਕੀਤਾ ਹੋਣਾ ਨਾ ਜਿਹਦੇ ਕਰਕੇ ਗੁਰਦੇ 'ਚ ਨੁਕਸ ਪੈ ਗਿਆ। ਕੁਛ ਦਵਾਈਆਂ, ਕੁਝ ਪੇਨ ਕਿਲਰ ਖਾ ਰਹੇ ਹੋਣੇ, ਕੁਝ ਇਸ ਤਰ੍ਹਾਂ ਦੀ ਚੀਜ਼ਾਂ, ਪ੍ਰੋਟੀਨ ਜਿਹੜਾ ਉਹ ਅਨਨੈਚੁਰਲ ਪ੍ਰੋਟੀਨ ਖਾ ਰਹੇ ਹੋਣੇ ਬਹੁਤ ਜ਼ਿਆਦਾ। ਕੁਛ ਤਰ੍ਹਾਂ ਦਾ ਕੁਛ ਤਾਂ ਕਰ ਹੀ ਰਹੇ ਹੋਣੇ ਜਿਹਦਾ ਕਿਡਨੀ ਖਰਾਬ ਹੋਈ। ਨਹੀਂ, ਪੇਨ ਕਿਲਰ ਮੈਂ ਬਿਲਕੁਲ ਨਹੀਂ ਖਾਧੀ। ਮੈਂ 2 ਟਾਈਮ BP ਦੀ ਗੋਲੀ ਖਾਂਦਾ ਸੀ ਔਰ ਯੂਰਿਕ ਐਸਿਡ ਜਾਂ ਯੂਰੀਆ ਉਹ ਆਪਣਾ ਉਹਦੇ। ਫਿਰ ਉਸ ਤੋਂ ਬਾਅਦ ਥੋੜ੍ਹਾ ਜਿਹਾ ਉਹ ਕਹਿੰਦੇ ਹਾਰਟ ਦੀ ਗੋਲੀ ਲਾ ਲਓ, ਨਹੀਂ ਤੇ ਹਾਰਟ ਕਮਜ਼ੋਰ ਹੋ ਜਾਏਗਾ ਤੁਹਾਡਾ। ਤੇ ਫਿਰ ਉਹਨਾਂ ਨੇ ਸ਼ੂਗਰ ਨਹੀਂ ਹੈਗੀ ਜੀ, ਬਿਲਕੁਲ ਮੇਰੀ ਫੈਮਿਲੀ 'ਚ ਕਿਸੇ ਨੂੰ ਸ਼ੂਗਰ ਨਹੀਂ ਹੈ। ਤੇ ਉਸ ਤੋਂ ਬਾਅਦ ਮੈਨੂੰ ਇਹਨਾਂ ਨੇ ਫਿਰ ਲਾਤੀ ਗੋਲੀ ਡਾਇਟੋਰ ਜਾਂ ਲੈਕਸਿਸ। ਤੇ ਉਸ ਤੋਂ ਬਾਅਦ ਚੱਲਦਾ ਰਿਹਾ ਆਰਾਮ ਨਾਲ। ਫਿਰ ਮੈਂ ਵਿੱਚ ਨਾ ਆਯੁਰਵੈਦਿਕ ਦਵਾਈ ਵੀ ਲਈ ਹੈ ਮੱਧ ਪ੍ਰਦੇਸ਼ ਤੋਂ 3-4 ਸਾਲ, ਤੇ ਉੱਥੋਂ ਫਿਰ ਮੈਨੂੰ ਠੀਕ ਸੀ। ਪਰ ਮਾਰਚ ਦੇ ਵਿੱਚ ਕਰੋਨਾ ਆਉਣ ਕਰਕੇ ਟ੍ਰੇਨਾਂ ਬੰਦ ਹੋਈਆਂ। ਟ੍ਰੇਨਾਂ ਬੰਦ ਹੋਣ ਕਰਕੇ ਮੈਂ ਜਾ ਨਹੀਂ ਸਕਿਆ। ਮੇਰਾ ਜੰਪ ਮਾਰ ਕੇ 18.3 ਕ੍ਰੈਟਨਾਈਨ ਹੋ ਗਿਆ। ਉਸ ਤੋਂ ਬਾਅਦ ਮੈਨੂੰ ਡਾਇਲਿਸਿਸ ਤੇ ਪਾਤਾ ਇਹਨਾਂ ਨੇ। ਅੱਛਾ, ਤੁਹਾਨੂੰ ਕੋਈ ਡਾਈਟ ਚੇਂਜ ਕਰਨ ਨੂੰ ਕਿਹਾ ਸੀ ਜਾਂ ਤੁਹਾਨੂੰ ਦਵਾਈਆਂ ਜਿਹੜੀਆਂ ਦੱਸਿਆ ਕਿਸੇ ਨੇ, ਤੁਹਾਨੂੰ ਕਿਸੇ ਡਾਕਟਰ ਨੇ ਦੱਸਿਆ ਕਿ ਤੁਹਾਡੀਆਂ ਆਹ ਦਵਾਈਆਂ ਤੁਹਾਡੀ ਕਿਡਨੀ ਖਰਾਬ ਕਰ ਰਹੀਆਂ ਨੇ ਭਾਈ ਸਾਹਿਬ, ਤੁਸੀਂ ਇਹਦਾ ਕੋਈ ਹੋਰ ਤਰੀਕਾ ਲੱਭੋ? ਨਹੀਂ, ਮੈਨੂੰ ਸਿਰਫ ਫਰੂਟ ਖਾਣ ਨੂੰ 4 ਫਰੂਟ ਕਿਹਾ ਸੀ, ਨਾਸ਼ਪਾਤੀ, ਐਪਲ, ਪਪੀਆ ਤੇ ਅਮਰੂਦ। ਤੇ ਪਾਈਨਐਪਲ ਖਾ ਸਕਦੇ ਹੋ ਜਾਂ ਸੀਜ਼ਨ ਦਾ ਆਏਗਾ। ਮਤਲਬ ਕਈ ਫਰੂਟ ਵੀ ਬੰਦ ਕਰ? ਸਾਰੇ ਫਰੂਟ ਬਾਕੀ ਬੰਦ ਸੀਗੇ। ਅੱਛਾ। ਤੇ ਡਰਾਈ ਫਰੂਟ ਤੇ ਟੋਟਲ ਬੰਦ ਸੀਗੇ। ਕਿਹਨੇ ਬੰਦ ਕੀਤੇ? ਐਲੋਪੈਥੀ ਜਾਂ ਕਿਸੇ ਹੋਰ? ਐਲੋਪੈਥਿਕ ਵਾਲਿਆਂ ਨੇ ਸਾਰਾ ਬੰਦ ਕੀਤਾ ਸੀ। ਅੱਛਾ। ਉਸ ਤੋਂ ਬਾਅਦ ਮੇਰਾ ਚੱਲਦਾ ਰਿਹਾ
ਤੇ ਬਾਕੀ ਸਬਜ਼ੀਆਂ ਦੇ ਵਿੱਚ ਦਾਲਾਂ ਨਹੀਂ ਬਿਲਕੁਲ ਟੱਚ ਕਰਨੀਆਂ ਤੇ ਪੱਤੇ ਵਾਲੀ ਸਬਜ਼ੀ ਕੋਈ ਵੀ ਨਹੀਂ ਲੈਣੀ, ਨਾ ਪਾਲਕ, ਨਾ ਕੋਈ ਮੇਥੀ, ਨਾ ਧਨੀਆ ਪੱਤਾ, ਨਾ ਪੁਦੀਨਾ, ਕੋਈ ਚਟਨੀ ਵਗੈਰਾ ਕੁਝ ਨਹੀਂ। ਤੇ ਉਹ ਚੱਲਦਾ ਰਿਹਾ 2021 ਦੇ ਅਗਸਤ ਦੇ ਵਿੱਚ ਆ ਕੇ ਮੈਂ ਇੱਕਦਮ ਡਾਊਨ ਹੋ ਗਿਆ। ਫਿਰ ਹੁਣ ਇੱਥੇ ਆਇਆ, ਹੁਣ ਮੇਰਾ 18 ਪੁਆਇੰਟ ਤੋਂ 8.3 ਤੇ ਆ ਗਿਆ ਤੇ ਮੈਂ ਆਪਣੀ ਪੂਰਾ ਟ੍ਰੇਨਿੰਗ ਲੈ ਕੇ ਨਹੀਂ ਆਪਾਂ ਆਉਨੇ ਆ ਇਹ ਮੈਨੂੰ ਦੱਸੋ ਵੀ ਜਦੋਂ ਤੁਹਾਨੂੰ ਤੁਹਾਡਾ ਸੀਰਮ ਕ੍ਰੀਏਟਿਨਿਨ ਵੱਧ ਕੇ 18 ਪੁਆਇੰਟ ਸਮਥਿੰਗ ਪਹੁੰਚ ਗਿਆ, ਕੀ ਪ੍ਰੋਬਲਮ ਆਉਣ ਲੱਗੀ ਬੋਡੀ 'ਚ, ਕੀ ਹੋਣ ਲੱਗਾ ਤੁਹਾਡੇ? ਉਹਦੇ ਵਿੱਚ ਮੈਨੂੰ ਉਲਟੀਆਂ ਆਉਣ ਲੱਗ ਗਈਆਂ, ਕੁਝ ਖਾਣ, ਇੱਕ ਘੁੱਟ ਪਾਣੀ ਨਹੀਂ ਲੰਘਦਾ ਸੀ, ਇੱਕ ਗਰੇਈ ਰੋਟੀ ਨਹੀਂ ਲੰਘਦੀ ਸੀ, ਪੈਰਾਂ 'ਚ ਸੋਜ, ਮੂੰਹ 'ਚ ਨਹੀਂ ਸੋਜ ਆਈ, ਅੱਖਾਂ ਦੇ ਕੋਲ ਸੋਜ ਆਈ, ਪਰ ਮੈਨੂੰ ਨੀਂਦ ਔਰ ਮੈਂ ਤੁਰ ਫਿਰ ਨਹੀਂ ਬਿਲਕੁਲ ਸਕਦਾ ਸੀ, ਬਿਲਕੁਲ ਨਹੀਂ, ਸਾਹ ਚੜਨ ਲੱਗ ਗਿਆ, ਬੜਾ ਬੁਰਾ ਹਾਲ ਹੋ ਗਿਆ ਮੇਰਾ। ਡਾਕਟਰ ਨੇ ਪਾਣੀ ਪੀਣ ਤੋਂ ਘੱਟ ਮਨਾ ਕਰਤਾ, ਉਹਨੇ ਪਾਣੀ ਘੱਟ ਪੀਓ। ਪਾਣੀ ਮੇਰਾ ਉਹਨਾਂ ਨੇ ਕਿਹਾ ਸੀ ਕਿ 800 ml ਪੀ ਸਕਦੇ ਹੋ ਤੇ ਮੇਰਾ ਡਾਇਲਿਸਿਸ ਤੋਂ ਪਹਿਲੇ 2.5 ਲੀਟਰ ਪਿਸ਼ਾਬ ਆਊਟਪੁੱਟ ਸੀ। ਡਾਇਲਿਸਿਸ ਕਰਾਂਦਾ ਗਿਆ ਮੇਰਾ 350 ml ਆਊਟਪੁੱਟ ਰਹਿ ਗਿਆ ਇੱਕਦਮ। ਨਮਕ ਵੀ ਘਟਾਤਾ ਸੀ ਤੁਹਾਡਾ? ਨਮਕ ਤੇ ਬੰਦ ਹੀ ਸੀਗਾ। ਤੁਸੀਂ ਨਮਕ ਪਹਿਲਾਂ ਜ਼ਿਆਦਾ ਖਾਂਦੇ ਸੀ? ਨਹੀਂ, ਨਮਕ ਵੀ ਨਹੀਂ ਜ਼ਿਆਦਾ ਖਾਂਦਾ ਸੀ, ਪਰ ਮੈਂ ਨਮਕ ਮਤਲਬ ਘਰ ਯੂਜ਼ ਟਾਟਾ ਵਗੈਰਾ ਹੁੰਦਾ ਸੀ, ਇਸ ਕਰਕੇ ਉਹੀ ਚੱਲਦਾ ਸੀ। ਫਿਰ ਇਹਨਾਂ ਨੇ ਜਦ ਆਯੁਰਵੇਦ ਦਾ ਚੱਲਿਆ, ਉਹਨਾਂ ਨੇ ਸਿੰਗਾ ਨਮਕ ਚਾਲੂ ਕਰਵਾਇਆ ਪਾਕਿਸਤਾਨੀ, ਉਹ ਫਿਰ ਮੈਂ ਉਹ ਯੂਜ਼ ਕਰਦਾ। ਮੈਂ ਜਿੰਨਾ ਵੀ ਪ੍ਰੋਟੋਕੋਲ ਆਯੁਰਵੇਦ ਦਾ ਹੈਗਾ ਫੋਲੋ ਕਰਦਾ ਰਿਹਾ। ਅੱਛਾ, ਇੱਕ ਹੁਣ ਦੱਸੋ, ਤੁਸੀਂ ਜਦੋਂ ਤੁਹਾਡਾ ਸੀਰਮ ਕ੍ਰੀਏਟਿਨਿਨ ਜਿਹੜਾ ਵੱਧ ਕੇ 18 ਪੁਆਇੰਟ ਸਮਥਿੰਗ ਪਹੁੰਚ ਗਿਆ, ਫਿਰ ਉਸ ਤੋਂ ਬਾਅਦ ਤੁਸੀਂ ਕਿਸੇ ਹੋਰ ਡਾਕਟਰ, ਕਿਸੇ ਹੋਰ ਕੋਲ, ਕਿਸੇ ਇੱਧਰ ਉੱਧਰ ਫਿਰੇ, ਕਿਤੇ ਵੀ ਕਿਤੋਂ ਬਚ ਜਾਵਾਂ ਮੈਂ? ਲੁਧਿਆਣੇ ਡਾਕਟਰ ਦੀਪ ਹਸਪੀਟਲ ਹੈ ਮਾਡਲ ਟਾਊਨ ਦੇ ਵਿੱਚ, ਉੱਥੇ ਡਾਕਟਰ ਰਾਜਨ ਹੈ, ਉਹਨਾਂ ਕੋਲ ਗਏ, ਉਹਨਾਂ ਨੇ ਕਿਹਾ ਇਮੀਡੀਏਟ ਡਾਇਲਿਸਿਸ ਹੋਣਗੇ। ਰੈਗੂਲਰ 5 ਡਾਇਲਿਸਿਸ ਰੈਗੂਲਰ ਹੋਏ ਅੱਜ ਕੱਲ ਪਰਸੋਂ, ਅੱਜ ਕੱਲ ਪਰਸੋਂ ਤੋਂ 5 ਦਿਨ ਕਰਨ ਤੋਂ ਬਾਅਦ ਫਿਰ ਉਹਨਾਂ ਨੇ 3 ਦਿਨ ਬਾਅਦ ਫਿਰ ਕੀਤਾ, ਫਿਰ ਉਹਨਾਂ ਨੇ ਹਰ 3 ਦਿਨ ਬਾਅਦ ਕਹਿਤਾ ਕਰੋ। ਫਿਰ ਮੈਂ ਉੱਥੋਂ ਨਾ ਮਤਲਬ ਇੱਕ ਡਾਕਟਰ ਹੋਰ ਕੰਸਲਟ ਕੀਤਾ ਤੇ ਉਹ ਡਾਕਟਰ ਗੁਰਪ੍ਰੀਤ ਸਿੰਘ ਹੈ, ਆਪਣਾ ਸ਼ਾਸਤਰੀ ਨਗਰ ਲੁਧਿਆਣਾ, ਉਹ ਕਹਿੰਦੇ ਮੈਂ ਤੁਹਾਡਾ ਡਾਇਲਿਸਿਸ ਬੰਦ ਕਰਾਂਗਾ। ਉਹਨੇ ਇੱਕ ਇਹਦੇ ਕੋਲ 7 ਗੋਲੀਆਂ ਸੀ, 8 ਡਾਕਟਰ ਰਾਜਨ ਕੋਲ, ਉਹਨੇ 17 ਗੋਲੀਆਂ ਕਰਤੀਆਂ। ਮਤਲਬ ਕਿਹੜੀਆਂ? ਐਲੋਪੈਥੀ ਦੀ? ਐਲੋਪੈਥਿਕ ਦੀ ਵੀ ਵਿੱਚੇ ਹੋਮੋਪੈਥਿਕ ਦੀ ਵੀ। ਔਰ 17 ਗੋਲੀਆਂ ਕਰਨ ਦਾ ਮੇਰਾ ਇਹ ਪੋਜੀਸ਼ਨ ਹੋ ਗਿਆ ਕਿ ਮੇਰੀ ਅੱਗੇ ਨਾਲੋਂ ਵੀ ਹਾਲਤ ਖਰਾਬ ਹੋ ਗਈ। ਮੈਂ ਮਤਲਬ ਪੋਟੀ ਪਹਿਲੇ ਮੈਨੂੰ ਨਾਰਮਲ ਆਂਦੀ ਸੀ, ਬਿਲਕੁਲ ਕਬਜ਼ ਹੋ ਗਈ, ਨਾ ਕੁਝ ਖਾਵਾ ਸਕਾਂ ਨਾ ਕੁਝ, ਮੈਂ ਔਨ ਬੈੱਡ ਹੋ ਗਿਆ। ਉਸ ਤੋਂ ਬਾਅਦ ਮੈਂ ਉਹਨਾਂ ਨੂੰ ਛੱਡਿਆ ਤੇ ਫਿਰ ਦੂਜੀ ਜਗ੍ਹਾ ਆਸਥਾ 'ਚ ਗਿਆ। ਆਸਥਾ 'ਚ ਮੇਰਾ ਉਹਨਾਂ ਨੇ 2 ਦਿਨ ਡਾਇਲਿਸਿਸ ਲਗਾਤਾਰ ਕੀਤੇ, ਇੱਕ ਦਿਨ 7 ਕਿਲੋ ਪਾਣੀ ਕੱਢਿਆ, ਇੱਕ ਦਿਨ 3.5 ਕਿਲੋ ਕੱਢਿਆ। ਫਿਰ ਮੈਂ ਉੱਥੋਂ ਡਾਇਲਿਸਿਸ ਕਰਾਂਦਾ ਸੀ ਹਫਤੇ ਬਾਅਦ, ਇੱਕ ਮੰਗਲਵਾਰ ਦੇ ਮੰਗਲਵਾਰ। ਤੇ ਫਿਰ ਉੱਥੋਂ ਮੈਨੂੰ ਇਹ YouTube 'ਚ ਪਤਾ ਲੱਗਿਆ ਵਿਸ਼ਵਰੂਪ ਜੀ ਦਾ, ਫਿਰ ਮੈਂ ਇੱਥੇ ਅਪਰੋਚ ਕੀਤੀ। ਹੁਣ ਮੇਰਾ ਹਫਤੇ 'ਚ ਇੱਕ ਹੀ ਡਾਇਲਿਸਿਸ ਹੋਇਆ, ਪਰ ਮੈਂ ਅੱਗੇ ਨਾਲੋਂ ਤੁਰਨ ਫਿਰਨ, ਸਾਹ ਦਾ, ਨੀਂਦ, ਔਰ ਜਿਹੜਾ ਮੇਰੇ ਸਿਰ ਦੇ ਵਿੱਚ ਨੀਂਦ ਦੇ ਇਲਾਵਾ ਮੈਨੂੰ ਮਤਲਬ ਹਾਈਪਰਟੈਂਸ਼ਨ ਦੇ ਲਗਭਗ ਮਤਲਬ ਡਿਪਰੈਸ਼ਨ 'ਚ ਜਾਣ ਦਾ ਮੇਰਾ ਹਾਲ ਹੋ ਗਿਆ ਸੀ। ਉਹ ਮੇਰਾ ਇਹਨਾਂ ਨੇ ਪੰਚਕर्मा करके काफ़ी रिलीफ दे। चंडीगढ़ में भारत का पहला इंटीग्रेटेड मेडिकल साइंसेज का हॉस्पिटल शुरू किया गया है, जिसका नाम हिम्स रखा गया है, हॉस्पिटल एंड इंस्टीट्यूट ऑफ इंटीग्रेटेड मेडिकल साइंसेज, जहां एलोपैथी, आयुर्वेद, होम्योपैथी, नेचुरोपैथी सब एक ही साथ पेशेंट को ठीक करने के उद्देश्य से काम करती है सारी पैथी। इसमें डॉक्टर विश्वरूप राय चौधरी, डॉक्टर अमर सिंह आजाद, डॉक्टर अवधेश पांडे, आचार्य मनीष, डॉक्टर खादर फली और इन सब की पूरी नॉलेज, ट्रेनिंग और एजुकेशन को यूज किया जा रहा है। लीवर फेल हो, किडनी खराब हो, हार्ट की प्रॉब्लम हो, जोड़ों का दर्द हो, ऑटो इम्यून डिजीज हो, स्टेज 4 कैंसर हो, कोई भी ऐसी बीमारी जो डॉक्टर ने आपको लाइलाज बताई हो या आपको कोई ऑपरेशन बताया हो, तो आप इस हॉस्पिटल हिम्स में संपर्क कर सकते हैं और बीमारी की जड़ पर काम कर सकते हैं। रहना, खाना, पीना सब अरेंजमेंट है। 70 बेड का यह हॉस्पिटल भारत में अपनी तरह का एकमात्र ऐसा हॉस्पिटल है जहां पर पेशेंट को ठीक किया जाता है, पेशेंट को नॉलेज दी जाती है, पेशेंट को पढ़ाया जाता है, पेशेंट को एजुकेट किया जाता है कि कैसे आपको अपनी बीमारी से खुद ही लड़ना है, यानी कि अपना डॉक्टर खुद बनना है। बी योर ऑन डॉक्टर। तो आज जरूरत है ऐसे हिम्स के हॉस्पिटल और क्लिनिक्स की। अभी भारत में पटियाला में, जीरकपुर, चंडीगढ़, डेराबस्सी और दिल्ली में 14 क्लिनिक शुरू हो चुके हैं, जहां पर सिर्फ खाना पीना और लाइफस्टाइल को ठीक करके बीमारियों को रिवर्स करना सिखाया जाता है। और एक हॉस्पिटल डेराबस्सी जो चंडीगढ़ में है वो शुरू हो चुका है। ये सब हिम्स के नाम से काम कर रहे हैं। तो अगर आप भी किसी गंभीर बीमारी से परेशान हैं तो जल्द संपर्क करें हिम्स हॉस्पिटल चंडीगढ़ में।
ਦਿੱਤਾ। ਅੱਛਾ, ਇੱਕ ਚੀਜ਼ ਦੱਸੋ ਤੁਸੀਂ, ਜਦੋਂ ਤੁਹਾਡਾ ਡਾਇਲਿਸਿਸ ਚੱਲ ਰਿਹਾ ਹੁੰਦਾ ਉਦੋਂ ਮਤਲਬ ਮੰਨ ਲਓ ਵੀ ਆਪਾਂ ਨੂੰ ਡਾਕਟਰ ਨੇ ਕਹਿਤਾ ਵੀ 18 ਪੁਆਇੰਟ ਸਮਥਿੰਗ ਹੋ ਗਿਆ, ਤੁਸੀਂ ਹਸਪੀਟਲ ਜਾ ਰਹੇ ਹੋ, ਤੁਸੀਂ ਇੱਕ ਡਾਕਟਰ ਕੋਲ ਜਾ ਰਹੇ ਹੋ, ਦੂਜੇ ਕੋ ਡਾਕਟਰ ਕੋਲ ਜਾ ਰਹੇ ਹੋ, ਤੁਹਾਨੂੰ ਕਿਸੇ ਪਾਸੋਂ ਆਰਾਮ ਨਹੀਂ ਆ ਰਿਹਾ, ਫਿਰ ਤੁਸੀਂ ਪੈ ਗਏ ਡਾਇਲਿਸਿਸ ਦੇ ਉੱਤੇ। ਡਾਇਲਿਸਿਸ ਮਸ਼ੀਨ ਚੱਲ ਰਹੀ ਆ, ਤੁਸੀਂ ਨਾਲ ਤੁਹਾਡਾ ਬਲੱਡ ਸਾਫ਼ ਹੋ ਰਿਹਾ, ਨਾਲ ਤੁਹਾਨੂੰ ਇੱਕ ਦਿਨ ਲੈ ਗਏ, 2 ਦਿਨ ਲੈ ਗਏ, ਉਸ ਟਾਈਮ ਮਾਈਂਡ 'ਚ ਕੀ ਚੱਲ ਰਿਹਾ ਹੁੰਦਾ ਸੀ, ਦਿਮਾਗ ਕੀ ਕਿੱਦਾਂ ਦਿਮਾਗ ਦੀ? ਮਾਈਂਡ 'ਚ ਚੱਲ ਰਿਹਾ ਸੀ ਸਰ ਕਿ ਪੈਸੇ ਦਾ ਖਜ਼ਾਨਾ ਖਾਲੀ ਹੋ ਰਿਹਾ ਸੀ। ਮੈਂ ਛੋਟਾ ਜਿਹਾ ਰੁਜ਼ਗਾਰ ਕਰਦਾ ਔਰ ਮੈਂ ਸੋਚਿਆ ਮੈਂ ਟੀਕਾ ਲਵਾ ਲਵਾਂ ਆਪਣੇ ਆਪ ਨੂੰ। ਹਾਂ, ਮਤਲਬ ਆਤਮ ਹੱਤਿਆ ਕਰਨ ਦੀ? ਹਾਂ, ਮਤਲਬ ਇੰਨਾ ਬੁਰਾ ਹਾਲ ਸੀ? ਹਾਂ, ਮੇਰਾ ਬਹੁਤ ਬੁਰਾ ਹਾਲ ਸੀ। ਪੂਰਾ ਪਰਿਵਾਰ ਬੜਾ ਦੁਖੀ ਸੀ? ਨਹੀਂ, ਪਰਿਵਾਰ ਦੇ ਸਲਾਹ ਦਿਲਾਸਾ ਦਿੰਦਾ ਰਿਹਾ। ਉਹ ਕਹਿੰਦੇ ਸਾਰੀ ਉਮਰ ਤੁਸੀਂ ਕਮਾਇਆ, ਤੁਸੀਂ ਕੀਤਾ। ਮੇਰੀ 14 ਸਾਲ ਦੀ ਉਮਰ 'ਚ ਮੇਰੇ ਪਿਤਾ ਜੀ ਗੁਜ਼ਰ ਗਏ ਸੀ, ਸਾਰੇ ਭੈਣ ਭਰਾ ਨੂੰ ਮੈਂ ਹੀ ਪਾਲਿਆ। ਉਹ ਸਾਰੇ ਕਹਿੰਦੇ ਨਹੀਂ ਨਹੀਂ ਅਸੀਂ ਤੁਹਾਡੇ ਨਾਲ ਹੈਗੇ ਆ। ਹਿੰਮਤ ਹਾਰ ਗਈ ਸੀ? ਮੈਂ ਹਿੰਮਤ ਹਾਰ ਗਿਆ ਸੀ। ਹੁਣ ਆ ਕੇ ਮੇਰੀ ਹਿੰਮਤ ਫਿਰ ਦੁਬਾਰਾ ਬਣ ਗਈ ਹੈ ਤੇ ਹੁਣ ਮੈਂ ਅੱਜ ਕੰਪਲੀਟ ਕਰਕੇ। ਅੱਛਾ, ਜਦੋਂ ਉਸ ਤੋਂ ਬਾਅਦ ਜਦੋਂ ਤੁਹਾਨੂੰ ਤੁਸੀਂ ਹਾਰ ਗਏ, ਡਾਇਲਿਸਿਸ ਵੀ ਚੱਲ ਰਹੇ ਨੇ, ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗਿਆ ਹਿਮਸ ਦੇ ਵਿੱਚ ਆਉਣਾ ਹੈ। ਹਿਮਸ ਜਦੋਂ ਅੰਦਰ ਐਂਟਰ ਕਰ ਰਹੇ ਹੋ, ਬਾਹਰ ਖੜੇ ਹੋ ਤੁਸੀਂ, ਅੰਦਰ ਐਂਟਰ ਕਰ ਰਹੇ ਹੋ, ਮਨ 'ਚ ਕੁਝ ਚੱਲ ਰਿਹਾ ਸੀ ਵੀ ਕੁਝ ਹੋ ਰਿਹਾ ਹੈ? ਐਸਾ ਸੀ ਕਿ 30 ਅਕਤੂਬਰ ਨੂੰ ਜਦ ਵਿਸ਼ਵਰੂਪ ਜੀ ਦਾ ਸੰਮੇਲਨ ਹੋਇਆ ਨਾ, ਉਹ ਮੇਰੇ ਯਾਰਾਂ ਦੋਸਤਾਂ ਨੇ ਜਿਨ੍ਹਾਂ ਨੂੰ ਪਤਾ ਸੀ ਕਿਡਨੀ ਪੇਸ਼ੈਂਟ ਹੈ, ਉਹਨਾਂ ਨੇ ਮੈਨੂੰ WhatsApp 'ਚ ਬਹੁਤ ਵੀਡੀਓ ਪਾਈ ਕਿ ਤੂੰ ਯਾਰ ਇੱਕ ਵਾਰ ਇੱਥੇ ਟਰਾਈ ਕਰ। ਤੇ ਮੈਂ ਫਿਰ ਆਪ ਨਹੀਂ ਆਇਆ, ਮੇਰੀ ਸਿਸਟਰ ਅੰਬਾਲੇ ਵਿਆਹੀ ਹੈ, ਮੈਂ ਉਹਨਾਂ ਦੇ ਗੱਲ ਕੀਤੀ। ਉਹ ਵਿਚਾਰੇ 2.5 ਮਹੀਨੇ ਪਹਿਲੇ ਇੱਥੇ ਸਾਰਾ ਪਤਾ ਕਰਕੇ ਗਏ ਸੀ। ਮੈਂ ਆਂਦਾ ਪਿਆ ਸੀ, ਮੇਰੀ ਤਬੀਅਤ ਰਸਤੇ 'ਚ ਦੁਰਾਹੇ ਕੋਲ ਖਰਾਬ ਹੋ ਗਈ, ਮੈਂ ਉੱਥੋਂ ਵਾਪਸ ਚਲਾ ਗਿਆ ਘਰ। ਮੁੜ ਕੇ ਮੈਨੂੰ ਸਾਰੇ ਕਹਿੰਦੇ ਨੇ ਛੱਡ ਪਰੇ ਆਯੁਰਵੇਦ ਦਾ, ਤੂੰ ਸਾਰੀ ਉਮਰ ਆਯੁਰਵੇਦ ਤੇ ਹੀ ਕਰਦਾ ਰਿਹਾ ਤੇ ਤੇਰਾ ਫਰਕ ਤੇ ਪਿਆ ਨਹੀਂ। ਪਰ ਮੇਰੀ ਹਾਲਤ ਬੜੀ ਖਰਾਬ ਸੀ। ਮੈਂ ਜਦ ਘਰਦਿਆਂ ਨੂੰ ਸਾਰਿਆਂ ਨੂੰ, ਬੇਟੀ ਨੂੰ, ਭੈਣ ਨੂੰ, ਸਾਰਿਆਂ ਨੂੰ ਕਿਹਾ ਕਿ ਮੇਰਾ ਟੀਕਾ ਲਵਾ ਦਿਓ, ਤੇ ਉਹ ਕਹਿੰਦੇ ਨਹੀਂ ਫਿਰ ਹੁਣ ਲਾਸਟ ਚਾਂਸ ਉੱਥੇ ਲੈਣੇ ਆ ਚੱਲ ਕੇ। ਫਿਰ ਉਹ ਕਹਿੰਦੇ ਬਹਾਨੇ ਨਾਲ ਮੈਨੂੰ ਬੁਲਾਇਆ ਉਹਨਾਂ ਨੇ ਅੰਬਾਲੇ, ਨਾ ਕਿ ਮੈਂ ਇੱਥੇ ਆਉਣਾ ਚਾਹੁੰਦਾ ਸੀ। ਉਹਨਾਂ ਨੇ ਕਿਹਾ 1 ਜਨਵਰੀ ਆਪਾਂ ਇੱਥੇ ਮਨਾਉਂਦੇ ਹਾਂ, ਤੁਸੀਂ ਤੇ। ਮੈਂ 30 ਤਰੀਕ ਸ਼ਾਮ ਨੂੰ ਆਇਆ, 31 ਤਰੀਕ ਨੂੰ ਇੱਥੇ ਲਿਆ ਕੇ ਮੈਨੂੰ ਦਾਖਲ ਕਰਤਾ। ਹਾਂਜੀ, ਮੈਂ 1 ਤਰੀਕ ਤੋਂ ਇੱਥੇ ਇਹ ਸਾਰਾ ਸਿਸਟਮ ਦਾ ਪ੍ਰੋਗਰਾਮ ਲੈ ਰਿਹਾ ਔਰ ਮੈਨੂੰ ਬਹੁਤ ਬੈਟਰ ਫੀਲ ਹੋ ਰਿਹਾ। ਜਿੰਨੇ ਵੀ ਮੈਂਬਰ ਮਿਲੇ ਆ, ਕੋਈ ਵੀ ਇੱਕ ਵੀ ਬੰਦਾ ਮੈਨੂੰ ਨਿਰਾਸ਼ਾ ਨਹੀਂ ਮਿਲਿਆ, ਸਾਰੇ ਖੁਸ਼ੀ ਮਨ ਨਾਲ ਗਏ। ਪਰ ਫਰਦਰ ਇਹ ਹੈ ਕਿ ਅੱਗੋਂ ਇਹ ਸਾਰਾ ਸਿਸਟਮ ਕਰਨਾ ਪਏਗਾ ਤੇ ਤਾਂ ਹੀ ਸਾਨੂੰ ਬੈਨੀਫਿਟ ਮਿਲੇਗਾ। ਅੱਛਾ, ਇੱਕ ਚੀਜ਼ ਮੈਨੂੰ ਦੱਸੋ ਕਿ ਇੱਥੇ ਆ ਕੇ ਤੁਹਾਨੂੰ ਉਸ ਤੋਂ ਪਹਿਲਾਂ ਪ੍ਰੋਬਲਮ ਜਿਹੜੀਆਂ ਸੀਗੀਆਂ ਉਹ ਕੀ ਸੀਗੀਆਂ, ਕੀ ਤੁਹਾਨੂੰ ਹੋ ਰਿਹਾ ਸੀਗਾ ਜਿਹੜਾ ਉਰੇ ਆ ਕੇ ਤੂੰ ਜਦੋਂ ਥੈਰੇਪੀ ਲਈ ਤਾਂ ਉਹ ਤੁਹਾਡਾ ਠੀਕ ਹੋਣ ਲੱਗਾ? ਕੀ ਸੀਗਾ? 5 ਕਿਸਮ ਦੀ ਪ੍ਰੋਬਲਮ ਆ ਗਈਆਂ ਸੀ। ਇੱਕ ਤੇ ਕ੍ਰੈਟਨਾਈਨ ਤੇ ਵੱਧਦਾ ਹੀ ਵੱਧਦਾ ਸੀ। ਹਰ ਹਫਤੇ ਬਾਅਦ ਡਾਕਟਰ ਕਹਿੰਦੇ ਸੀ ਚੈੱਕਅਪ ਕਰਾਓ। ਪਹਿਲੇ ਤਾਂ 1500-1600 ਰੁਪਇਆ ਲਾਲ ਪੱਤੇ ਦੇ ਕੇ ਚੈੱਕ ਕਰਵਾਉਣਾ ਪੈਂਦਾ ਸੀ। ਹਰ ਹਫਤੇ ਦੀ ਦਵਾਈ ਦਿੰਦੇ ਸੀ। ਸੈਕੰਡ, ਮੇਰਾ ਨੀਂਦ ਬਿਲਕੁਲ ਘਟ ਗਈ ਸੀ। ਅੱਛਾ, ਥਰਡ, ਮੇਰੇ ਕੋਲ ਤੁਰਨ ਨਹੀਂ ਹੁੰਦਾ ਸੀ, ਥਕਾਵਟ ਹੁੰਦੀ ਸੀ। ਮੈਂ ਯੋਗਾ ਵੀ ਕਰ ਲੈਂਦਾ ਸੀ ਪਹਿਲੇ, ਪਾਰਕ ਵੀ ਮੇਰੇ ਘਰ ਦੇ ਕੋਲ ਹੈ, ਪਾਰਕ ਵੀ ਮੈਂ ਜਾਂਦਾ ਸੀ, ਬਿਲਕੁਲ ਨਹੀਂ ਜਾ ਸਕਦਾ ਸੀ। ਤੇ ਮੇਰਾ ਹੌਲੀ ਹੌਲੀ ਸਾਰਾ ਕੁਝ ਸਿਸਟਮ ਖਰਾਬ ਹੋ ਗਿਆ ਤੇ ਔਨ ਬੈੱਡ ਤੇ ਆਉਣ ਵਾਲਾ ਕੰਮ ਹੋ ਗਿਆ ਬਸ। ਮਤਲਬ ਹਰ ਟਾਈਮ ਇੱਕ ਨੈਗੇਟਿਵ ਥਾਟ ਆਉਂਦਾ ਸੀ, ਮਰ ਜੋ, ਕੋਈ ਫਾਇਦਾ ਨਹੀਂ ਹੈਗਾ ਜੀ। ਫਾਇਦਾ ਨਹੀਂ। ਮੈਂ ਕਿਹਾ ਹੁਣ ਸਭ ਕੁਝ ਹੋ ਗਿਆ, ਭੈਣ ਭਰਾ ਵਿਆਹ ਗਏ, ਬੱਚੇ ਵਿਆਹ ਗਏ, ਪੜ੍ਹੇ ਲਿਖੇ ਗਏ, ਕਾਰੋਬਾਰ ਹੋ ਗਿਆ, ਕੰਮ ਇਹਨਾਂ ਦਾ ਹੋ ਗਿਆ, ਚਲੋ ਆਪਣਾ ਅੱਗੇ ਸਾਰਾ ਕਰੀਏ। ਕਿੰਨੀ ਉਮਰ ਹੈ ਤੁਹਾਡੀ? ਮੇਰੀ 58 ਹੈ। ਤੇ ਡਾਕਟਰ ਵਿਸ਼ਵਰੂਪ ਰਾਏ ਚੌਧਰੀ, ਡਾਕਟਰ ਅਮਰ ਸਿੰਘ ਆਜ਼ਾਦ, ਡਾਕਟਰ ਅਵਧੇਸ਼ ਪਾਂਡੇ, ਆਚਾਰਿਆ ਮਨੀਸ਼, ਇਹ ਤਾਂ ਸਾਰੇ ਕਹਿੰਦੇ ਨੇ ਵੀ ਬੰਦਾ 100 ਸਾਲ ਲਈ ਆਇਆ ਧਰਤੀ ਦੇ ਉੱਤੇ। ਦੇਖੋ ਜੀ, ਇਹ ਤੇ ਹੁਣ ਵਰਤਾਂਗੇ ਤੇ ਪਤਾ ਲੱਗੇਗਾ। 3-7 ਦਿਨ 'ਚ ਤੇ ਮੈਨੂੰ ਪੋਜ਼ਿਟਿਵ ਮਿਲਿਆ। 7 ਦਿਨ 'ਚ ਬਾਅਦ ਲੱਗ ਰਿਹਾ ਵੀ ਮੈਂ 100 ਸਾਲ ਜੀਊਂਗਾ। ਹੁਣ ਮੈਨੂੰ ਉਮੀਦ ਜਾਗ ਰਹੀ ਹੈ ਔਰ ਮੈਂ ਜ਼ਰੂਰ 100 ਸਾਲ ਨਹੀਂ, ਜਿੰਨੀ ਰੱਬ ਨੇ ਉਮਰ ਬਖਸ਼ੀ ਹੈ ਉਨੇ ਤੋਂ ਤਾਂ ਨਾ ਘੱਟ ਨਾ ਕੋਈ ਵਧਾ ਸਕਦਾ ਜੀ। ਨਾ ਤਿਲ ਘਟੇ, ਬਾਣੀ 'ਚ ਲਿਖਿਆ ਨਾ ਤਿਲ ਘਟੇ, ਤੇ ਉਹਨਾਂ ਤੇ ਜੀ ਕੇ ਆਰਾਮ ਨਾਲ ਜਾਏ ਨਾ। ਮਤਲਬ ਪੂਰੀ ਤਰ੍ਹਾਂ ਤੁਸੀਂ ਸੰਤੁਸ਼ਟ ਹੋ ਰਹੇ? ਹਾਂਜੀ, ਬਿਲਕੁਲ ਪੂਰਾ ਸੰਤੁਸ਼ਟ ਹੋ। ਬਹੁਤ ਧੰਨਵਾਦ ਤੁਹਾਡਾ, ਨਿਊਜ਼ ਏਸ਼ੀਆ ਪੰਜਾਬੀ ਨਾਲ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ। ਸੋ ਤੁਸੀਂ ਦੇਖਿਆ ਵੀ ਕਿਸ ਤਰੀਕੇ ਨਾਲ ਇੱਕ ਅਜਿਹਾ ਪੇਸ਼ੈਂਟ ਜਿਹੜਾ ਕਿਸ ਹਾਲਾਤ ਦੇ ਵਿੱਚ ਪਹੁੰਚ ਚੁੱਕਿਆ ਸੀ, ਕਿੱਦਾਂ ਦੀ ਹਾਲਾਤ ਸੀਗੀ। ਤੁਸੀਂ ਸੋਚ ਸਕਦੇ ਹੋ ਉਸ ਦਾ ਮਾਨਸਿਕਤਾ ਕੀ ਹੁੰਦੀ ਹੈ ਜਦੋਂ ਬੰਦਾ ਇੱਕ ਡਾਇਲਿਸਿਸ ਮਸ਼ੀਨ ਦੇ ਉੱਤੇ ਪਿਆ ਹੈ। ਕੋਈ ਬੰਦਾ ਉਸਨੂੰ ਕਿਸੇ ਪਾਸੋਂ ਇਲਾਜ ਨਜ਼ਰ ਨਹੀਂ ਆ ਰਿਹਾ, ਲੇਕਿਨ ਉਸ ਟਾਈਮ ਨੈਗੇਟਿਵ ਥਾਟ ਆਉਣ ਲੱਗ ਜਾਂਦੇ ਨੇ, ਕਿਉਂਕਿ ਇੱਕ ਬੋਡੀ ਦੇ ਅੰਦਰ ਵੀ ਕੁਝ ਚੇਂਜਸ ਆਉਂਦੇ ਨੇ। ਬੋਡੀ ਦੇ ਅੰਦਰ ਬਲੱਡ ਸਪਲਾਈ ਜਿਹੜੀ ਆ ਉਹ, ਕਿਉਂਕਿ ਜਿਹੜਾ ਕਿਡਨੀ ਬਲੱਡ ਸਪਲਾਈ ਸਹੀ ਤਰੀਕੇ ਨਾਲ ਅੱਗੇ ਭੇਜ ਨਹੀਂ ਰਹੀ, ਬਲੱਡ ਸਪਲਾਈ ਜਿਹੜਾ ਬ੍ਰੇਨ ਤੱਕ ਪਹੁੰਚ ਨਹੀਂ ਰਹੀ ਸਹੀ ਢੰਗ ਨਾਲ, ਉਹਦੇ ਨਾਲ ਨੈਗੇਟਿਵ ਥਾਟ, ਉਹਦੇ ਨਾਲ ਹਾਰਮੋਨਸ ਵੀ ਉਸ ਤਰ੍ਹਾਂ ਦੇ ਬਣਨ ਲੱਗ ਜਾਂਦੇ ਨੇ ਕਿ ਜਿਹੜਾ ਉਹਨਾਂ ਨੇ ਆਤਮ ਹੱਤਿਆ ਕਰਨ ਤੱਕ ਦੀ ਉਹ ਸੋਚਣ ਲੱਗ ਜਾਂਦੇ ਸੀਗੇ। ਪਰ ਆਪਾਂ ਹੁਣ ਇੱਧਰ ਨਾ ਇਹ ਠੀਕ ਹੋ ਰਹੇ ਨੇ, ਪਰਮਾਤਮਾ ਦੀ ਕਿਰਪਾ ਦੇ ਨਾਲ ਇਹ ਠੀਕ ਹੋ ਰਹੇ ਨੇ। ਹੁਣ ਆਪਾਂ ਇਹ ਸਾਇੰਸ ਸਮਝਦੇ ਹਾਂ, ਕਿਉਂਕਿ ਇਹ ਬਹੁਤ ਵੱਡੀ ਸਾਇੰਸ ਹੈ, ਇੱਕ ਅਜਿਹੀ ਰੈਵੋਲੂਸ਼ਨ ਕਹਿ ਸਕਦੇ ਆਪਾਂ ਇਹਨੂੰ
ਇੱਕ ਅਜਿਹੀ ਸਾਇੰਸ ਹੈ ਕਿ ਜਿਸ ਨੂੰ ਇੱਕ ਵੱਡੇ ਲੈਵਲ ਦੇ ਉੱਤੇ ਚੈਲੰਜ ਵੀ ਕੀਤਾ ਗਿਆ, ਲੇਕਿਨ ਥੈਂਕਸ ਟੂ ਗੋਡ ਐਂਡ ਥੈਂਕਸ ਟੂ ਜਿਹੜਾ ਇਹਨਾਂ ਡਾਕਟਰਸ ਦੀ ਟੀਮ ਦਾ, ਜਿਨ੍ਹਾਂ ਨੇ ਇੱਕ ਨਵਾਂ ਜਿਹੜਾ ਰੈਵੋਲੂਸ਼ਨ ਲਿਆਂਦਾ। ਔਰ ਅੱਜ ਤੁਹਾਡੇ ਸਾਹਮਣੇ ਸਬੂਤ ਦੇ ਤੌਰ ਦੇ ਉੱਤੇ ਸਰਦਾਰ ਅਮਰਜੀਤ ਸਿੰਘ ਜੀ ਇੱਥੇ ਪਏ ਨੇ, ਔਰ ਜਿਨ੍ਹਾਂ ਨੂੰ ਇੱਕ ਹਫਤੇ ਦੇ ਵਿੱਚ 5 ਡਾਇਲਿਸਿਸ ਹੋ ਰਹੇ ਸੀ, ਅੱਜ ਬਿਲਕੁਲ ਕਹਿ ਰਹੇ ਨੇ ਵੀ ਮੈਂ ਬਿਲਕੁਲ ਠੀਕ ਹੈ। ਜਿਹੜੀ ਪ੍ਰੋਬਲਮ ਆ ਰਹੀ ਹੈ ਸਾਇੰਸ ਸਮਝਦੇ ਹਾਂ। ਡਾਕਟਰ ਅਵਧੇਸ਼ ਪਾਂਡੇ ਸਾਡੇ ਨਾਲ ਨੇ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਦੇ ਬਹੁਤ ਬਹੁਤ ਸਵਾਗਤ ਹੈ। सत श्रीकाल जी, सत श्रीकाल आपके सारे दर्शकों के लिए। डॉक्टर साहब, हाँ, साइंस के पहले आर्ट ऑफ लिविंग की बात करते हैं। आपने अभी सुना ये पेशेंट ये कह रहे थे कि मैं सुसाइड करने का सोच रहा था। तो बात ये है कि डॉक्टर्स का क्या फ़र्ज़ बनता है जान बचाने का। प्रॉब्लम सिर्फ एक पेशेंट आया वो ही सिर्फ प्रॉब्लम है, या पेशेंट को क्या तकलीफ़ है सिर्फ वो देख के दवा दे देना या उसको वापस भेज देना ठीक नहीं है। उसके सोशल एस्पेक्ट को देखना ज़रूरी है, उसके बैकड्रॉप को देखना ज़रूरी है। बैकड्रॉप इसलिए ज़रूरी है कि मान लीजिए कोई डायलिसिस के लिए जा रहा है, सिर्फ वो पेशेंट का प्रॉब्लम नहीं है। सोशल प्रॉब्लम ये है कि घर का एक जवान बेटा या बेटी अपना यूजुअल काम छोड़ के हफ्ते में 2 या 3 बार उनको डायलिसिस के लिए ले जाना पड़ता है। तो उसमें प्रॉब्लम क्या होता है कि पेशेंट तो पेशेंट है, वो तो प्रोडक्टिव है नहीं फैमिली के लिए, लेकिन जो प्रोडक्टिव बेटा या बेटी या वाइफ है वो भी लगे हुए हैं, जो कमाऊ सदस्य है वो भी उलझ गए, लगा हुआ है, तो उसकी भी नौकरी गई। तो ये आर्ट ऑफ लिविंग की पहले बात करें, साइंस ऑफ लिविंग के पहले, तो इसमें क्या है ये आप घर पे कर सकते हैं और डायलिसिस की अमूमन ज़रूरत नहीं पड़ती है, जो हमारा यहाँ पे एक्सपीरियंस रहा है। तो एक तो बात वापस आने की है, दूसरा क्या इंसल्ट इस चीज़ तक ले आया है। ब्लड प्रेशर, डायबिटीज़ ज़्यादातर रीज़न ये होते हैं किडनी फेलियर के। पेशेंट्स को लगता है कि ब्लड प्रेशर तो मेरा मेंटेन्ड है ये दवाइयों पे, लेकिन 20 साल 22 साल के बाद या 10 साल के बाद किडनी फेल करने लगती है। क्योंकि रीडिंग हमने कम कर ली, वो अंदर उसी तरह चला। हाँ, तो ब्लड प्रेशर का इफेक्ट जो है, ब्लड को जितना प्रेशर से टारगेट ऑर्गन को मिलना चाहिए था किडनी को, हमने ब्लड प्रेशर की दवा दे के कम कर दिया उसको, तो उसको कम ब्लड मिल रहा है। तो वो कम ब्लड मिलेगा तो धीरे 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 वो फेलियर में जाएगा। ऑर्गन मरने लगते हैं। और जैसे डायबिटीज़ है, डायबिटीज़ में आपको ब्लड शुगर तो आपने कम कर दिया, वो एक रीडिंग आ गई, लेकिन डायबिटीज़ का जो डैमेज है वो चलता रहता है। शुगर तो अंदर है, मतलब वो डैमेज चलता रहता है। तो नेफ्रोपैथी हो, कार्डियोमायोपैथी हो, माइक्रोएंजियोपैथी हो, जो रेटिनोपैथी में, या फिर लिम्स का प्रॉब्लम, कई बार लिम्स काटने पड़ते हैं, तो ये डायबिटीज़ का प्रॉब्लम चलता रहता है इवन दो ब्लड शुगर इज़ नॉर्मल। तो इसलिए मैं ये बोल रहा था कि इनका एक तो साइंटिफिक एस्पेक्ट ये है कि जब ये टब में बैठे हैं या फिर हेड डाउन टिल्ट कर रहे हैं, वी आर यूजिंग पॉस्चरल मेडिसिन, और पॉस्चरल मेडिसिन से काफ़ी हद तक इनका, अब जैसे पानी में बैठे हैं ये, तो इनका बिकॉज ऑफ द टेम्परेचर, बिकॉज ऑफ द प्रेशर, इनका जो ये जो एसिड बेस डिसबैलेंस है वो पसीने के थ्रू निकल रहा है, और वो पसीना इज व्हाट, डाइल्यूटेड यूरिन, है ना। तो वो ऐसे करके इनका डायलिसिस भी हो रहा है, एंड प्लस प्रेशर के चलते जो ब्लड प्रेशर है, ब्लड प्रेशर जो है दो मनकों पे वो टिकी हुई है, एक कार्डियक आउटपुट, दूसरा पेरिफेरल रेजिस्टेंस। कार्डियक आउटपुट जब ये इस पे जाएंगे, अब बिकॉज ऑफ द प्रेशर कार्डियक आउटपुट कम होता है, तो सिस्टोलिक ब्लड प्रेशर कम होता है, पेरिफेरल रेजिस्टेंस बढ़ जाता है, ये कम होता है, अब बिकॉज डायलिटेशन हो जाता है, ये गर्म पानी है तो पेरिफेरल डायलिटेशन हो जाता है, तो डायस्टोलिक भी कम हो जाता है, तो ब्लड प्रेशर भी कम हो गया और ये डायलिसिस भी हो गया और पेशेंट आपके सामने है। अच्छा, एक बात बताइए, हमने वीडियो में तो बोला था, वीडियो में हमने बहुत बारीकी से समझ, लेकिन अभी अब हमारे पास लाइव है, तो इसमें क्या है कि हमने इन्फ्लामेशन की बात की थी, आपको याद होगा
कि इन्फ्लेमेशन क्या करता है बॉडी के अंदर जब क्रॉनिक इन्फ्लेमेशन में अगर जो वेन्स के अंदर अगर और आर्टरीज के अंदर या ब्लड वेसल्स के अंदर अगर इन्फ्लेमेशन आ गई तो उसकी वजह से भी ब्लॉकेज आती है, उसकी वजह से भी ब्लड प्रेशर जो है वो ऊपर नीचे हो जाता है। तो जब ब्लड प्रेशर ऊपर नीचे होगा तो ये पानी में अगर बैठेंगे गर्म पानी में तो इन्फ्लेमेशन वेन्स के अंदर, आर्टरीज के अंदर और वेसल्स के अंदर वो भी कम होगा, उसकी वजह से भी ठीक होगा, वो भी कम होगा, वो क्रोनिक इन्फ्लेमेशन भी कम होगा बिकॉज ऑफ दैट। वो भी एक बड़ी वजह है कि उसकी है वो पसीने से निकल जाएंगे। और एसिड प्रॉब्लम क्या होता है ना, लंग्स एंड किडनीज एसिड बेस्ड बैलेंस और डिसबैलेंस में लगे रहते हैं। अगर किडनी काम नहीं कर रही है तो एसिड बेस्ड डिसबैलेंस हो जाएगा, है ना। उसको एसिड बेस्ड बैलेंस में कैसे वापस लेके आना, ये जो सांस चढ़ती है इनकी, ये स्वेलिंग आ जाती है, ये एसिड बेस्ड डिसबैलेंस के चलते इंटरस्टिशियल फ्लूइड सारा ये भर जाता है। इसलिए इसको आसान भाषा में अगर पब्लिक तक समझाने की कोशिश करें कि जो काम किडनी नहीं कर रही थी उस काम को हमने स्किन के रास्ते करवा लिया। एक तो वो, दूसरा जो टॉक्सिन्स नहीं निकल रहे थे वो स्किन के जरिए निकल गए, वही तो बोल रहा हूँ, ताकि पेशेंट डिटॉक्स्ड हो गया। और डिटॉक्स जैसे ही होगा उनको अच्छा फील होना शुरू हो जाएगा। ठीक है, ये इन्होंने एक ऐसी सेंटिमेंटल बात बोल दी कि मैं सुसाइड करने का सोच रहा था। एक डॉक्टर के लिए सुनने के लिए वो बहुत बड़ी बात है। जैसे मैं अगर कुछ सुन लूँगा, चाहे मैं कोई भी काम कर रहा हूँ, मैं दौड़ के आऊँगा कि नहीं, ये अपना फ़र्ज़ ये है ना कि कोई ये ना सोचे। तो ये मुझे बड़ी खुशी है कि इन्होंने ऐसा फ्रैंकली बोला, मैंने सुन लिया एंड आई एम वेरी हैप्पी कि आपको इसके चलते फ़ायदा हो रहा है। हाँ, मुझे बड़ी खुशी है इस बात की। ये आप अगर आएंगे हिम्स हॉस्पिटल एंड इंस्टीट्यूट ऑफ इंटीग्रेटेड मेडिकल साइंसेज, चंडीगढ़ डेरा वसीम हॉस्पिटल है ऑन द मेन हाईवे। अगर आप आते हैं तो यहाँ पे आपको बहुत सारे कैंसर पेशेंट मिलेंगे, एंड स्टेज कैंसर पेशेंट मिलेंगे। एंड सिर्फ फ़र्क ये देखेंगे, व्हेन यू कंपेयर दीज पेशेंट्स विद द पेशेंट इन अदर हॉस्पिटल ऑफ सिमिलर काइंड, फ़र्क ये देखेंगे कि ये कंफर्टेबल है। दूसरा फ़र्क ये देखेंगे कि ये आपको लगेगा नहीं कि ये पेशेंट हैं, वो दर्द रहित हैं। कि शुगर, बीपी सिर्फ 7 दिन में बिना 1 रुपए की दवाई के 90% लोगों का यहाँ हिम्स हॉस्पिटल चंडीगढ़ में भर्ती होकर खाने पीने को ठीक करके रिवर्स किया जा सकता है। सैकड़ों पेशेंट हो चुके हैं। अगर ज़ुबान पे लगाम है तो 3 लोगों से वास्ता नहीं पड़ेगा आपका। खाने के लिए है तो डॉक्टर से वास्ता नहीं पड़ेगा, बोलने के लिए है तो पुलिस और वकील से वास्ता नहीं पड़ेगा, और प्रोफेशनली इन तीनों से वास्ता ना पड़े तो ज़्यादा अच्छा है। दूसरा, दुनिया की कोई भी ऐसी बीमारी नहीं है जो खाने पीने से हो नहीं जाती है और फिर रेगुलेट नहीं हो सकती है। तो ये दोनों बातें वैसे ही चलती हैं। 5 पिलर्स हैं हमारे, 5 पिलर्स: डाइट, मेडिसिनल प्लांट्स, फिजिकल एक्सरसाइज या फिजिकल वर्क, माइंड मैनेजमेंट और टेकिंग द हेल्प ऑफ वेरियस पैथीज, ऑल द पैथीज। तो ये हम 5 पिलर्स पे काम करते हैं। जब हम इन 5 पिलर्स पे काम करते हैं तो बॉडी अंदर से जब हील होने लगती है तो थायराइड की समस्या जो अपने आप ही ठीक होने लगती है। चंडीगढ़ में भारत का पहला इंटीग्रेटेड मेडिकल साइंसेज का हॉस्पिटल शुरू किया गया है, जिसका नाम हिम्स रखा गया है, हॉस्पिटल एंड इंस्टीट्यूट ऑफ इंटीग्रेटेड मेडिकल साइंसेज, जहां एलोपैथी, आयुर्वेद, होम्योपैथी, नेचुरोपैथी सब एक ही साथ पेशेंट को ठीक करने के उद्देश्य से काम करती हैं सारी पैथी। इसमें डॉक्टर विश्वरूप राय चौधरी, डॉक्टर अमर सिंह आजाद, डॉक्टर अवधेश पांडे, आचार्य मनीष, डॉक्टर खादर फली और इन सब की पूरी नॉलेज, ट्रेनिंग और एजुकेशन को यूज किया जा रहा है। लीवर फेल हो, किडनी खराब हो, हार्ट की प्रॉब्लम हो, जोड़ों का दर्द हो, ऑटो इम्यून डिजीज हो, स्टेज 4 कैंसर हो, कोई भी ऐसी बीमारी जो डॉक्टर ने आपको लाइलाज बताई हो या आपको कोई ऑपरेशन बताया हो, तो आप हिस हॉस्पिटल हिम्स में संपर्क कर सकते हैं और बीमारी की जड़ पर काम कर सकते हैं। रहना, खाना, पीना सब अरेंजमेंट है। अभी भारत में पटियाला में, जीरकपुर, चंडीगढ़, डेराबस्सी और दिल्ली में 14 क्लिनिक शुरू हो चुके हैं, जहां पर
सिर्फ खाना पीना और लाइफस्टाइल को ठीक करके बीमारियों को रिवर्स करना सिखाया जाता है। और एक हॉस्पिटल डेराबस्सी जो चंडीगढ़ में है वो शुरू हो चुका है। ये सब हिम्स के नाम से काम कर रहे हैं। तो अगर आप भी किसी गंभीर बीमारी से परेशान हैं तो जल्द संपर्क करें हिम्स हॉस्पिटल चंडीगढ़ में। खुशी है बहुत इस बार की। थोड़ा सा आप तब को भी समझाएंगे भी कैसे काम कर रहा है ये? नहीं, वो मैंने आपको बताया, ये नॉर्मली एक टेम्परेचर मीटर है जो टेम्परेचर मेंटेन करता है, और एक ऑटोमेटिक पाइप है। अगर वाटर लेवल कम होता है तो वो ऑटोमेटिकली उसमें पानी ला जाता है। और ये यहाँ पे रखा गया क्योंकि 2 घंटे इन्होंने यहाँ बैठना होता है, तो कुछ अपना लैपटॉप रख के काम कर सकते हैं या कोई फ़ोन रख के पिक्चर देख सकते हैं और 2 घंटे यहाँ पे रह सकते हैं। तो ये वैसे काम करता है। अच्छा, जो पानी है, एक पेशेंट हमने बिठा दिया इसमें, तो जो पानी उसमें से डिटॉक्सीफाई होकर उसमें यूरिन और या पसीना इसमें आ गया, तो हर बार पानी चेंज होता है? हाँ, हर बार चेंज करना होता है, हर बार पानी चेंज करना होता है। एक तो हर बार पानी चेंज होगा। अब पानी में कुछ और भी मिक्स किया जाता है ताकि उसमें थेरेपी देने के लिए? नहीं, सिंपल वाटर, कुछ भी नहीं मिक्स किया जाता। बहुत बड़ी बात है। सिर्फ पानी से हम लोग जो है वो किडनी भी रिवर्स कर रहे हैं और जो पूरी बीमारी जो है रिवर्स करके इन्फ्लेमेशन भी कम कर रहे हैं और पूरी बीमारी। अरे क्या बात है, बहुत बढ़िया है, बहुत कोशिश बहुत बढ़िया है। तो इसके लिए तो मैं ऑन कैमरा आप सलाम ही बोल सकता हूँ, इससे ज़्यादा मैं कुछ नहीं बोल सकता। बहुत धन्यवाद आप। थैंक यू जी, थैंक यू। ਸੋ ਤੁਸੀਂ ਦੇਖਿਆ ਜੀ ਕਿ ਡਾਕਟਰ ਅਵਧੇਸ਼ ਪਾਂਡੇ ਸਾਡੇ ਨਾਲ ਨੇ, ਕਿਸ ਤਰੀਕੇ ਦੇ ਨਾਲ ਇੱਕ ਅਜਿਹੀ ਇਨਵੈਂਸ਼ਨ, ਇੱਕ ਅਜਿਹੀ ਇਜਾਦ। ਮੇਰੇ ਨਾਲ ਪੇਸ਼ੈਂਟ ਦੇ ਪਰਿਵਾਰ ਵੀ ਹੈ, ਉਹਨਾਂ ਦੇ ਸਰਦਾਰ ਅਮਰਜੀਤ ਸਿੰਘ ਜੀ ਦੇ ਵਾਈਫ ਵੀ ਨੇ। ਥੋੜਾ ਜਿਹਾ ਇਹਨਾਂ ਦੀ ਮਾਨਸਿਕਤਾ ਵੀ ਜਾਣ ਲਈ ਆਪਾਂ 2 ਮਿੰਟ ਨਾਲ ਲਾ ਲਈਏ ਕਿ ਜਦੋਂ ਇੱਕ ਪਰਿਵਾਰ ਦੇ ਵਿੱਚ ਅਜਿਹਾ ਪੇਸ਼ੈਂਟ ਆ ਜਾਂਦਾ ਤੇ ਉਹਦੇ ਵਿੱਚ ਫਿਰ ਉਹਨਾਂ ਦੀ ਮਾਨਸਿਕਤਾ ਕਿਸ ਤਰ੍ਹਾਂ ਦੀ ਹੋ ਜਾਂਦੀ ਹੈਗੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਗੁਰਦੀਪ ਕੌਰ। ਤੁਹਾਡੇ ਹਸਬੈਂਡ? ਹਾਂਜੀ। ਕੀ ਖਾਦਾ ਸੀ ਇਹਨਾਂ ਨੇ, ਇਹੋ ਜਿਹਾ ਕੀ ਕਰਿਆ ਸੀ ਜਿਹੜੇ ਕਿਡਨੀ ਖਰਾਬ ਹੋ ਗਈ? ਕੁਛ ਵੀ ਨਹੀਂ ਐਦਾਂ, ਕੁਛ ਵੀ ਖਾਂਦੇ ਨਹੀਂ ਸੀ, ਜਿਵੇਂ ਨਾ ਡਰਿੰਕ ਕਰਦੇ ਸੀ ਨਾ ਕੁਛ ਖਾਂਦੇ ਪੀਂਦੇ ਸੀ, ਐਵੇਂ ਦਾ ਕੁਛ ਵੀ ਨਹੀਂ ਕਰਦੇ ਸੀ। ਤੇ ਕਿਡਨੀ ਖਰਾਬ ਹੋਈ ਤੇ ਫਿਰ ਪਰਿਵਾਰ ਦੇ ਵਿੱਚ ਮਾਹੌਲ ਕਿਸ ਤਰ੍ਹਾਂ? ਬਸ ਟੈਨਸ਼ਨ ਦਾ ਮਾਹੌਲ ਸੀ, ਹੋਰ ਟੈਨਸ਼ਨ ਰਹਿੰਦੀ ਸੀ ਹਰ ਟਾਈਮ। ਜਦੋਂ ਜਿਵੇਂ ਪਹਿਲੇ ਸਟਾਰਟਿੰਗ ਵਿੱਚ ਤਾਂ ਘੱਟ ਸੀ, ਫਿਰ ਧੀਰੇ ਵੱਧਦੀ ਗਈ ਤੇ ਟੈਨਸ਼ਨ ਰਹਿੰਦੀ ਸੀ ਹਮੇਸ਼ਾ ਕਿ ਠੀਕ ਹੋ ਜਾਏ, ਬਸ ਇਹੀ ਟੈਨਸ਼ਨ ਰਹਿੰਦੀ ਸੀ। ਕਿੰਨਾ ਕੁ ਪੈਸਾ ਲਾ ਚੁੱਕੇ ਹੋ ਹਲੇ ਤੱਕ ਕਿਡਨੀ ਦੇ ਮਾਮਲੇ ਦੇ ਨਾਲ? 4-5 ਲੱਖ ਲੱਗ ਗਿਆ ਹੋਣਾ। 5 ਲੱਖ ਲੱਗ ਕੇ ਵੀ ਕੰਡੀਸ਼ਨ ਐਂਡ ਤੇ ਪਹੁੰਚ ਚੁੱਕੀ ਸੀ? ਹਾਂਜੀ। ਉਹਨੂੰ ਆਰਾਮ ਨਹੀਂ ਆਇਆ? ਨਹੀਂ। ਤੇ ਉਰੇ ਆਰਾਮ ਆ ਰਿਹਾ ਹੈ? ਹਾਂਜੀ, ਇਹ DIP ਡਾਈਟ ਫੋਲੋ ਕਰਨ ਲੱਗ ਗਏ ਸੀ ਪਹਿਲੇ ਤੋਂ, 1 ਸਾਲ ਤੋਂ ਫੋਲੋ ਕਰਦੇ ਸੀ। ਫਿਰ ਇੱਥੇ ਦਾ ਪਤਾ ਲੱਗਿਆ, ਫਿਰ ਇੱਥੇ ਆਏ ਤੇ ਇੱਥੇ ਮਤਲਬ ਹੁਣ ਪੂਰਾ ਟ੍ਰੀਟਮੈਂਟ ਸਮਝ ਕੇ ਤੇ ਹੁਣ ਅਸੀਂ ਘਰ ਜਾ ਕੇ ਵੀ ਪੂਰਾ ਫੋਲੋ ਕਰਾਂਗੇ। ਇਹ ਜਦੋਂ ਵੀ ਡਾਇਲਿਸਿਸ ਕਰਾਉਂਦੇ ਸੀ ਉਸ ਤੋਂ ਬਾਅਦ ਘਰ ਆ ਕੇ ਰੋਂਦੇ ਸੀ ਆਪਣੇ ਨੂੰ ਬਹੁਤ ਜ਼ਿਆਦਾ। ਫਿਰ ਉਹਨਾਂ ਦੇ ਨਾਲ ਅਸੀਂ ਵੀ ਡਿਪਰੈਸ ਹੋ ਜਾਂਦੇ ਸੀ। ਉਹੀ ਕਹਿ ਰਿਹਾ, ਜਦੋਂ ਪੇਸ਼ੈਂਟ ਇੱਕ ਹਿੰਮਤ ਹਾਰ ਜਾਂਦਾ ਫਿਰ ਉਦੋਂ ਪਰਿਵਾਰ ਦੀ ਕੰਡੀਸ਼ਨ ਕੀ ਹੁੰਦੀ ਹੈ, ਉਦੋਂ ਮਾਨਸਿਕਤਾ ਕੀ ਹੁੰਦੀ ਹੈ? ਹਾਂਜੀ, ਬਸ ਅਸੀਂ ਹੌਸਲਾ ਹੀ ਦਿੰਦੇ ਸੀ ਇਹਨਾਂ ਨੂੰ ਕਿ ਠੀਕ ਹੋ ਜਾਓਗੇ। ਤੇ YouTube ਵਿੱਚ ਦੇਖਦੇ ਰਹਿੰਦੇ ਸੀ, ਫਿਰ ਅਸੀਂ ਬੋਲਦੇ ਅਸੀਂ ਤੁਹਾਨੂੰ ਉੱਥੇ ਹੀ ਲੈ ਕੇ ਚੱਲਦੇ ਆ। ਫਿਰ ਅਸੀਂ ਇਹਨਾਂ ਨੂੰ ਇੱਥੇ ਲੈ ਆਏ। ਤੇ ਹੁਣ ਤੁਸੀਂ ਸੰਤੁਸ਼ਟ ਹੋ ਵੀ ਇੱਥੇ ਜੋ ਹੋ ਰਿਹਾ ਇਲਾਜ? ਹਾਂਜੀ, ਸੰਤੁਸ਼ਟ ਹਾਂ। ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ। ਸੋ ਅਮਰਜੀਤ ਸਿੰਘ ਦੇ ਨਾਲ ਆਪਾਂ ਅੱਜ ਪੂਰੀ ਕੇਸ ਹਿਸਟਰੀ ਜਾਣੀ ਹੈ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਪ੍ਰੋਬਲਮ ਆਈ, ਕਿੱਦਾਂ ਡਾਇਲਿਸਿਸ ਦੇ ਥਰੂ ਨਿਕਲ ਕੇ ਕਿਡਨੀ ਇੱਕ ਅਜਿਹੀ ਹਾਲਾਤ 'ਚ ਪਹੁੰਚ ਗਈ ਕਿ ਇਹਨਾਂ ਨੂੰ ਇਹ ਲੱਗਣ ਲੱਗ ਗਿਆ ਵੀ ਹੁਣ ਮੇਰਾ ਤਾਂ ਪੈਸਾ ਹੀ ਲੱਗ ਰਿਹਾ ਤੇ ਜ਼ਿੰਦਗੀ ਮੇਰੀ ਫਿਰ ਵੀ ਸ਼ਾਇਦ ਨਾ ਬਚੇ, ਤੇ ਕਿਉਂ ਨਾ ਮੈਨੂੰ ਇੱਕ ਜ਼ਹਿਰ ਦਾ ਇੰਜੈਕਸ਼ਨ। ਇਹਨਾਂ ਨੇ ਸਿੱਧਾ ਇਹ ਕਿਹਾ ਵੀ ਮੈਂ ਆਪਣੇ ਆਪ ਨੂੰ, ਇੱਕ ਪਰਿਵਾਰ ਨੂੰ ਕਹਤਾ ਸੀ ਮੈਨੂੰ ਜ਼ਹਿਰ ਦਾ ਇੰਜੈਕਸ਼ਨ ਲਵਾ ਦਿਓ। ਤੇ ਲੇਕਿਨ ਕਹਿੰਦੇ ਨੇ ਵੀ ਪਰਮਾਤਮਾ ਜਿਹਨੂੰ ਬਚਾਉਣ ਵਾਲਾ ਹੋਵੇ ਉਹਨੂੰ ਕੋਈ ਮਾਰ ਨਹੀਂ ਸਕਦਾ। ਤੇ ਇਹ ਹਾਲਾਤ ਦੇ ਵਿੱਚ ਫਿਰ ਇਹਨਾਂ ਨੇ ਹਿਮਸ ਦੇ ਵਿੱਚ ਦਾਖਲਾ ਲਿਆ। 31 ਤਰੀਕ ਯਾਨੀ 31 ਦਸੰਬਰ, ਹਾਲੇ ਕੋਈ ਬਹੁਤੀ ਦੂਰ ਨਹੀਂ ਹੈ, ਹਫ਼ਤਾ ਕੁ ਪਹਿਲਾਂ ਹੀ ਇਹਨਾਂ ਨੇ ਦਾਖਲਾ ਲਿਆ ਹੈਗਾ। ਤੇ ਅੱਜ ਇਹ ਆਪਣੇ ਆਪ ਦੇ ਵਿੱਚ ਇਹਨਾਂ ਨੇ ਜਿਹੜੇ 5 ਡਾਇਲਿਸਿਸ ਹੋ ਰਹੇ ਸੀਗੇ ਹਫ਼ਤੇ ਦੇ ਵਿੱਚ, ਇਹਨਾਂ ਦੇ 1 ਡਾਇਲਿਸਿਸ ਹੋਇਆ ਸਾਰਾ। ਤੇ ਬੋਡੀ ਵੀ ਜਿਹੜੀ ਰਿਕਵਰ ਕਰ ਰਹੀ ਹੈ, ਜੋ ਇਹਨਾਂ ਦੇ ਸਿੰਪਟਮ ਆ ਰਹੇ ਸੀ, ਪ੍ਰੋਬਲਮ ਆ ਰਹੀ ਸੀ, ਉਹ ਸਾਰੀ ਠੀਕ ਹੋ ਰਹੀ ਹੈ। ਤੇ ਇਹ ਉਮੀਦ ਇਹਨਾਂ ਦੇ ਅੰਦਰ ਜਾਗੀ ਹੈ, ਹੁਣ ਇਹ ਮਤਲਬ ਆਪਣੇ ਆਪ ਨੂੰ ਤੰਦਰੁਸਤ ਵੀ ਫੀਲ ਕਰ ਰਹੇ ਨੇ। ਤੇ ਜੋ ਸੋਜਾ, ਜੋ ਪੇਨ, ਜੋ ਕੁਝ ਵੀ ਹੋ ਰਿਹਾ ਸੀ, ਉਹ ਸਾਰੇ ਇਹਨਾਂ ਦੀ ਰਿਕਵਰ ਹੋ ਚੁੱਕੀ ਹੈ।
ਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਤੰਦਰੁਸਤ ਹੋਣਗੇ। ਇੱਕ ਵਾਰੀ ਫਿਰ ਵੀਡੀਓ ਬਣਾ ਕੇ ਇਹਨਾਂ ਨੂੰ ਤੁਹਾਡੇ ਸਾਹਮਣੇ ਪੇਸ਼ ਕਰਾਂਗੇ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ ਜ਼ਰੂਰ ਦੇਣਾ। ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰ ਦਿਓ, ਕਿਉਂਕਿ ਬਹੁਤ ਸਾਰੇ ਪੇਸ਼ੈਂਟ ਇਹ ਹਾਲਾਤ ਦੇ ਵਿੱਚ ਆਪਣੇ ਘਰ ਬੈਠੇ ਨੇ, ਹਿੰਮਤ ਹਾਰ ਚੁੱਕੇ ਨੇ। ਉਹ ਵੀ ਕਹਿੰਦੇ ਹੋਣੇ ਕਿ ਸਾਨੂੰ ਟੀਕਾ ਲਵਾ ਦਿਓ, ਸਾਡਾ ਕੋਈ ਫਾਇਦਾ ਨਹੀਂ ਬਚਣ ਦਾ। ਲੇਕਿਨ ਇਹ ਇੱਕ ਅਜਿਹਾ ਟੈਸਟੀਮੋਨੀਅਲ ਹੈ, ਇਹ ਇੱਕ ਅਜਿਹੇ ਉਦਾਹਰਨ ਹੈ ਜਿਹੜੀ ਕਿ ਜਦੋਂ ਪਬਲਿਕ ਤੱਕ ਪਹੁੰਚੇਗੀ ਤਾਂ ਬਹੁਤ ਸਾਰੇ ਲੋਕਾਂ ਦੇ ਅੰਦਰ ਹਿੰਮਤ ਜਾਗੇਗੀ। ਹਿੰਮਤ ਜਾਗ ਕੇ ਉਹ ਕਹਿਣਗੇ ਵੀ ਅਸੀਂ ਵੀ ਠੀਕ ਹੋ ਸਕਦੇ ਹਾਂ। ਜੇ ਸਰਦਾਰ ਅਮਰਜੀਤ ਸਿੰਘ ਠੀਕ ਹੋ ਸਕਦੇ ਨੇ ਤਾਂ ਅਸੀਂ ਵੀ ਠੀਕ ਹੋ ਸਕਦੇ ਹਾਂ। ਤੇ ਜੇ ਠੀਕ ਹੋਣਾ ਹੋਏਗਾ ਤਾਂ ਫਿਰ ਹਿਮਸ ਹਸਪੀਟਲ ਦੇ ਦਰਵਾਜ਼ੇ ਤੁਹਾਡੇ ਲਈ ਖੁੱਲ੍ਹੇ ਨੇ। ਤੁਸੀਂ ਇੱਥੇ ਆਓ ਤੇ ਆਪਣਾ ਇਲਾਜ ਕਰਵਾ ਸਕਦੇ ਹੋ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।